ਅਜੇ ਤੂੰ ਇਸ ਗੱਲ ਨੂੰ ਸਵੀਕਾਰ ਨਹੀਂ ਕਰ ਰਿਹਾ ਕਿ ਮੈਂ ਉਹਦੇ ਹੁਕਮ ਦੇ ਵਿੱਚ ਹਾਂ। ਇਸ ਗੱਲ ਨੂੰ ਸਵੀਕਾਰ ਕਰਕੇ ਮੈਂ ਉਹਦੇ ਹੁਕਮ ਦੇ ਵਿੱਚ ਹਾਂ। ਤੇ ਜਿਸ ਦਿਨ ਤੂੰ ਉਹਦੇ ਹੁਕਮ ਨੂੰ ਮੰਨਿਆ, ਆਪਣੇ ਜੀਵਨ ਵਿੱਚ ਸਵੀਕਾਰ ਕੀਤਾ, ਉਹ ਦਿਨ ਆਨੰਦ ਬਣੇਗਾ। ਇੱਕ ਨਿੱਕੀ ਜੀ ਮੈਂ ਉਦਾਹਰਨ ਤੁਹਾਡੇ ਸਾਹਮਣੇ ਰੱਖਣੀ ਚਾਹੁੰਦਾ। ਇੱਕ ਛੋਟਾ ਜਿਹਾ ਬੱਚਾ ਹੈ, ਉਹਦੇ ਰੱਬ ਦੇ ਗੁਣਾਂ ਦੇ ਵਿੱਚ, ਰੱਬ ਦੇ ਚਰਨਾਂ ਦੇ ਵਿੱਚ ਬੜਾ ਪਿਆਰ ਹੈ, ਬੜੀ ਭਾਵਨਾ ਹੈ, ਬੜਾ ਆਸਤਿਕ ਹੈ। ਪਰ ਉਹਦੇ ਪਿਤਾ ਜੀ ਜਿਹੜੇ ਨੇ ਉਹ ਬੜੀ ਨਾਸਤਿਕ ਬਿਰਤੀ ਵਾਲੇ ਨੇ। ਉਹਨੇ ਆਪਣੇ ਪਿਤਾ ਜੀ ਨੂੰ ਬੜਾ ਸਮਝਾਉਣ ਦਾ ਯਤਨ ਕਰਨਾ, ਬੜੀਆਂ ਗੱਲਾਂ ਕਰਨੀਆਂ ਕਿ ਤੁਸੀਂ ਵੀ ਰੱਬ ਨੂੰ ਮੰਨੋ, ਰੱਬ ਦੇ ਹੁਕਮ ਵਿੱਚ ਆਓ। ਪਰ ਉਹਨੇ ਹਮੇਸ਼ਾ ਆਪਣੇ ਬੱਚੇ ਨੂੰ ਚੁੱਪ ਕਰਵਾ ਦੇਣਾ। ਕਾਰਨ ਕੀ? ਕਿਉਂਕਿ ਉਹ ਨਾਸਤਿਕ ਸੀ, ਉਹ ਰੱਬ ਨੂੰ ਮੰਨਦਾ ਹੀ ਨਹੀਂ ਸੀ। ਇੱਕ ਦਿਨ ਉਹ ਬੱਚੇ ਨੇ, ਜਿਹਦੇ ਕੋਲ ਬੈਠ ਕੇ ਉਹ ਰੱਬ ਦੀਆਂ ਗੱਲਾਂ ਕਰਦਾ ਸੀ, ਰੱਬ ਬਾਰੇ ਗੱਲਾਂ ਸੁਣਦਾ ਸੀ, ਸਿੱਖਦਾ ਸੀ ਕੁਝ, ਉਹਦੇ ਨਾਲ ਉਹਨੇ ਗੱਲ ਕੀਤੀ। ਤੇ ਉਹ ਜਿਹੜਾ ਗੁਰਮੁਖ ਪਿਆਰਾ ਵੀਰ ਸੀ, ਉਹਨੇ ਕਿਹਾ ਕਿ ਕੋਈ ਗੱਲ ਨਹੀਂ, ਸਮਾਂ ਆਪਣੇ ਆਪ ਹੀ ਸਭ ਕੁਝ ਠੀਕ ਕਰ ਦੇਗਾ। ਪਰ ਉਸ ਬੱਚੇ ਨੇ ਕਿਹਾ ਕਿ ਮੈਂ ਚਾਹੁੰਦਾ ਮੇਰਾ ਪਿਤਾ ਜੀ ਵੀ ਰੱਬ ਨੂੰ ਮੰਨੇ, ਰੱਬ ਦੀ ਹੋਂਦ ਨੂੰ ਸਵੀਕਾਰ ਕਰੇ। ਉਸ ਗੁਰਮੁਖ ਸੱਜਣ ਨੂੰ ਇਸ ਗੱਲ ਦਾ ਪਤਾ ਸੀ ਕਿ ਇਹਨੂੰ ਚਿੱਤਰਕਾਰੀ ਬਹੁਤ ਸੋਹਣੀ ਆਉਂਦੀ ਹੈ, ਇਹ ਬਹੁਤ ਵਧੀਆ ਚਿੱਤਰਕਾਰੀ ਕਰਦਾ ਹੈ। ਤੇ ਉਸ ਸੱਜਣ ਨੇ ਉਸ ਨੂੰ ਕਿਹਾ, ਬੱਚੇ ਨੂੰ ਕਹਿਣ ਲੱਗਾ ਕਿ ਤੂੰ ਆਪਣੇ ਹੱਥਾਂ ਦੇ ਨਾਲ ਇੱਕ ਚਿੱਤਰ ਤਿਆਰ ਕਰ, ਖੂਬਸੂਰਤ ਚਿੱਤਰ ਤਿਆਰ ਕਰ, ਤੇ ਉਸ ਚਿੱਤਰ ਨੂੰ ਤਿਆਰ ਕਰਕੇ ਆਪਣੇ ਘਰ ਦੇ ਵਿੱਚ ਉਸ ਜਗ੍ਹਾ 'ਤੇ ਰੱਖੀ ਜਿੱਥੇ ਹਰੇਕ ਆਉਣ ਜਾਣ ਵਾਲੇ ਦਾ ਧਿਆਨ ਪਵੇ। ਉਹਨੇ ਚੰਗੀ ਤਰ੍ਹਾਂ ਸਾਰੀ ਗੱਲ ਸਮਝਾਤੀ। ਉਸ ਬੱਚੇ ਨੇ ਬੜੀ ਖੂਬਸੂਰਤ ਚਿੱਤਰਕਾਰੀ ਕੀਤੀ, ਚਿੱਤਰ ਤਿਆਰ ਹੋਇਆ। ਤੇ ਤਿਆਰ ਹੋਣ ਤੋਂ ਬਾਅਦ ਉਹਨੇ ਉਹ ਚਿੱਤਰ ਆਪਣੇ ਘਰ ਦੇ ਵਿੱਚ ਉੱਥੇ ਰੱਖ ਦਿੱਤਾ ਜਿੱਥੇ ਹਰੇਕ ਕੋਈ ਆਉਣ ਜਾਣ ਵਾਲਾ ਦੇਖ ਸਕਦਾ ਸੀ। ਉਹ ਬੱਚੇ ਦਾ ਪਿਤਾ ਜੀ ਬਾਹਰੋਂ ਆਇਆ ਤੇ ਉਹਨੇ ਪੁੱਛਿਆ, ਕਹਿਣ ਲੱਗਾ ਕਿ ਆਹ ਚਿੱਤਰ ਕਿਹਨੇ ਤਿਆਰ ਕੀਤਾ? ਉਹ ਕਹਿੰਦਾ, ਪਿਤਾ ਜੀ ਮੈਨੂੰ ਤੇ ਪਤਾ ਨਹੀਂ। ਉਹ ਕਹਿਣ ਲੱਗਾ, ਤੈਨੂੰ ਕਿਵੇਂ ਨਹੀਂ ਪਤਾ? ਘਰ ਦੇ ਵਿੱਚ ਚਿੱਤਰ ਪਿਆ ਹੈ, ਕਿਸੇ ਨਾ ਕਿਸੇ ਨੇ ਤੇ ਤਿਆਰ ਕੀਤਾ ਹੋਏਗਾ, ਕਿਸੇ ਨਾ ਕਿਸੇ ਨੇ ਤੇ ਰੱਖਿਆ ਹੋਏਗਾ। ਉਹ ਕਹਿੰਦਾ, ਇਹ ਆਪਣੇ ਆਪ ਹੀ ਤਿਆਰ ਹੋ ਗਿਆ। ਉਹ ਕਹਿੰਦਾ, ਆਪਣੇ ਆਪ ਕਿਵੇਂ ਤਿਆਰ ਹੋ ਸਕਦਾ ਚਿੱਤਰ ਕੋਈ? ਉਹ ਕਹਿੰਦਾ, ਬਸ ਇਹ ਆਪਣੇ ਆਪ ਹੀ ਤਿਆਰ ਹੋਇਆ, ਇਹਨੂੰ ਕਿਸੇ ਨੇ ਤਿਆਰ ਨਹੀਂ ਕੀਤਾ, ਇਹਨੂੰ ਕਿਸੇ ਨੇ ਰੱਖਿਆ ਨਹੀਂ, ਇਹ ਆਪਣੇ ਆਪ ਹੀ ਤਿਆਰ ਹੋਇਆ, ਆਪਣੇ ਆਪ ਹੀ ਇੱਥੇ ਆ ਗਿਆ। ਉਹ ਕਹਿੰਦਾ, ਐਵੇਂ ਨਹੀਂ ਹੋ ਸਕਦਾ। ਪਿਤਾ ਗੁੱਸੇ ਵਿੱਚ ਆ ਗਿਆ ਤੇ ਉਹਦਾ ਬੱਚਾ ਆਪਣੇ ਪਿਤਾ ਨੂੰ ਇਹ ਗੱਲ ਅੱਗੋਂ ਕਹਿੰਦਾ, ਪਿਤਾ ਜੀ, ਜੇ ਇੱਕ ਛੋਟਾ ਜਿਹਾ ਇਹ ਚਿੱਤਰ ਆਪਣੇ ਆਪ ਤਿਆਰ ਨਹੀਂ ਹੋ ਸਕਦਾ, ਆਪਣੇ ਆਪ ਇੱਥੇ ਨਹੀਂ ਪਹੁੰਚ ਸਕਦਾ, ਤੇ ਆ ਜਿਹੜੀ ਰੱਬ ਨੇ ਐਡੀ ਵੱਡੀ ਸ੍ਰਿਸ਼ਟੀ ਦੀ ਚਿੱਤਰਕਾਰੀ ਕੀਤੀ ਹੈ, ਇੰਨੇ ਸੋਹਣੇ ਇਸ ਸ੍ਰਿਸ਼ਟੀ ਦੇ ਵਿੱਚ ਰੰਗ ਭਰੇ ਨੇ। ਕਹਿਣ ਲੱਗਾ, ਫਿਰ ਇਹਦਾ ਮਤਲਬ ਇਸ ਸ੍ਰਿਸ਼ਟੀ ਦੇ ਵਿੱਚ ਰੰਗ ਭਰਨ ਵਾਲਾ ਵੀ ਕੋਈ ਹੈ, ਇਸ ਸ੍ਰਿਸ਼ਟੀ ਨੂੰ ਤਿਆਰ ਕਰਨ ਵਾਲਾ ਵੀ ਕੋਈ ਹੈ, ਇਸ ਸ੍ਰਿਸ਼ਟੀ ਦਾ ਚਿੱਤਰ ਵੀ ਕਿਸੇ ਨੇ ਤਿਆਰ ਕੀਤਾ ਹੈ, ਉਹਨੂੰ ਰੱਬ ਕਿਹਾ ਜਾਂਦਾ। ਤੁਸੀਂ ਉਸ ਰੱਬ ਨੂੰ ਸਵੀਕਾਰ ਕਿਉਂ ਨਹੀਂ ਕਰਦੇ? ਉਸ ਰੱਬ ਨੂੰ ਮੰਨਦੇ ਕਿਉਂ ਨਹੀਂ? ਉਹਦੇ ਪਿਤਾ ਦੇ ਸਮਝ ਦੇ ਵਿੱਚ ਇਹ ਗੱਲ ਆ ਗਈ। ਤੇ ਬਾਬੇ ਨੇ ਬਾਣੀ ਵਿੱਚ ਵੀ ਇਹ ਗੱਲ ਕਹੀ, ਚੱਚਾ ਰਚਿਤ ਚਿੱਤਰ ਹੈ ਭਾਰੀ, ਤਜ ਚਿਤੇਰੈ ਚੇਤੋ ਚਿਤਕਾਰੀ, ਕਿ ਪ੍ਰਮਾਤਮਾ ਦਾ ਬਣਾਇਆ ਹੋਇਆ ਇਹ ਜਗਤ ਇੱਕ ਬਹੁਤ ਵੱਡੀ ਤਸਵੀਰ ਹੈ। ਹੇ ਭਾਈ, ਇਹ ਤਸਵੀਰ ਦੇ ਮੋਹ ਨੂੰ ਛੱਡ ਕੇ ਜਿਹਨੇ ਇਸ ਤਸਵੀਰ ਨੂੰ ਬਣਾਇਆ ਨਾ, ਤੂੰ ਉਹਨੂੰ ਚੇਤੇ ਰੱਖ ਤੇ ਉਹਨੂੰ ਚੇਤੇ ਕਰਨਾ। ਉਹਦੇ ਬਣਾਏ ਹੋਏ ਚਿੱਤਰ ਵੱਲ ਵੇਖ ਕੇ ਉਸ ਚਿੱਤਰਕਾਰ ਨੂੰ ਚੇਤੇ ਵਿੱਚ ਰੱਖਣਾ, ਇਹ ਉਹਦੇ ਹੁਕਮ ਦੇ ਵਿੱਚ ਚੱਲਣਾ ਹੈ। ਗੁਰੂ ਬਾਬਾ ਜੀ ਕਹਿੰਦੇ, ਉਹਦੇ ਹੁਕਮ ਦੇ ਵਿੱਚ ਚੱਲ। ਜਦੋਂ ਤੂੰ ਆਪਣੇ ਜੀਵਨ ਦੇ ਵਿੱਚ ਉਹਦੇ ਹੁਕਮ ਦੇ ਵਿੱਚ ਚੱਲੇਗਾ, ਨਾਨਕ ਹੁਕਮੈ ਜੇ ਬੁੱਝੈ, ਜੇ ਕੋਈ ਉਹਦੇ ਹੁਕਮ ਨੂੰ ਸਮਝ ਲੈਂਦਾ ਹੈ, ਜਾਣ ਲੈਂਦਾ ਹੈ, ਤਾਂ ਹਉਮੈ ਕਹੈ ਨਾ ਕੋਏ। ਹਉਮੈ ਦਾ ਮਤਲਬ ਹੀ ਇਹ ਹੈ, ਹਉ ਦਾ ਅਰਥ ਹੈ ਮੈਂ। ਜਿਵੇਂ ਬਾਣੀ ਵਿੱਚ ਪੰਕਤੀ ਆਉਂਦੀ ਹੈ, ਹਉ ਆਇਆ ਦੂਰੋਂ ਚੱਲ ਕੇ, ਹਉ ਦਾ ਅਰਥ ਹੈ ਮੈਂ।
ਤੇ ਹਉ ਮੈਂ ਭਾਵ ਮੈਂ ਜਦੋਂ ਬੰਦੇ ਦੇ ਵਿੱਚ ਮੈਂ ਹੈ ਉਦੋਂ ਜੀਵਨ ਦੇ ਵਿੱਚ ਵਿਨਾਸ਼ਤਾ ਹੈ। ਪਰ ਸਾਹਿਬ ਕਹਿੰਦੇ ਜੇ ਕੋਈ ਰੱਬ ਦੇ ਹੁਕਮ ਨੂੰ ਸਮਝ ਲੈਂਦਾ ਹੈ, ਜਾਣ ਲੈਂਦਾ ਹੈ, ਤਾਂ ਹਉ ਮੈਂ ਕਹੈ ਨਾ ਕੋਇ, ਤਾਂ ਮੈਂ ਉਸ ਦਾ ਕੁਝ ਵਿਗਾੜ ਨਹੀਂ ਸਕਦੀ। ਭਾਵ ਉਹਦੇ ਜੀਵਨ ਦੇ ਵਿੱਚੋਂ ਜਿਹੜੀ ਹਉਮੈ ਬਿਰਤੀ ਹੈ ਉਹ ਖਤਮ ਹੋ ਜਾਂਦੀ ਹੈ, ਉਹ ਰੱਬ ਦੇ ਹੁਕਮ ਦੇ ਵਿੱਚ ਆ ਜਾਂਦਾ ਹੈ। ਤੇ ਦੂਸਰੀ ਗੱਲ, ਇੱਥੇ ਜਿਹੜਾ ਹੁਕਮ ਸ਼ਬਦ ਹੈ ਨਾ ਇਸ ਪੌੜੀ ਦੇ ਵਿੱਚ, ਉਹ 3 ਸਰੂਪਾਂ ਵਿੱਚ ਆਇਆ ਹੈ। ਹੁਕਮ ਮੰਮਾ ਮੁਕਤਾ, ਮੰਮੇ ਨੂੰ ਔਂਕੜ ਤੇ ਮੰਮੇ ਨੂੰ ਸਿਹਾਰੀ। ਹੁਣ ਇਹ 3 ਸਰੂਪ ਆਏ ਨੇ। ਤੇ ਜਿਹੜਾ ਹੁਕਮ ਮੰਮਾ ਮੁਕਤਾ ਹੈ ਇਹ ਹਮੇਸ਼ਾ ਉਦੋਂ ਆਏਗਾ ਜਦੋਂ ਇਹਦੇ ਨਾਲ ਕੋਈ ਸੰਬੰਧਕ ਆ ਜਾਏ। ਤੇ ਜਦੋਂ ਔਂਕੜ ਆਉਂਦੀ ਹੈ, ਹੁਕਮ ਦੇ ਮੰਮੇ ਨੂੰ ਔਂਕੜ ਆਉਂਦੀ ਹੈ, ਉਹ ਇੱਕ ਵਚਨ ਪੁਲਿੰਗ ਨਾਉਨ ਹੋਣ ਦੇ ਕਰਕੇ ਆਉਂਦੀ ਹੈ। ਪਰ ਜਦੋਂ ਹੁਕਮ ਦੇ ਮੰਮੇ ਨੂੰ ਸਿਹਾਰੀ ਆ ਜਾਂਦੀ ਹੈ ਤੇ ਉਹ ਹਮੇਸ਼ਾ ਸੰਬੰਧਕੀ ਤੌਰ ਤੇ ਆਉਂਦੀ ਹੈ। ਜੇ ਆਪਾਂ ਇਸ ਪੌੜੀ ਨੂੰ ਫਿਰ ਦੁਬਾਰਾ ਧਿਆਨ ਨਾਲ ਵਾਚੀਏ, ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਇੱਥੇ ਹੁਕਮ ਦੇ ਮੰਮੇ ਨੂੰ ਔਂਕੜ ਹੈ। ਇੱਥੇ ਔਂਕੜ ਇੱਕ ਵਚਨ ਪੁਲਿੰਗ ਨਾਉਨ ਹੋਣ ਕਰਕੇ ਆਈ ਹੈ। ਫਿਰ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ, ਇੱਥੇ ਹੁਕਮ ਦੇ ਮੰਮੇ ਨੂੰ ਸਿਹਾਰੀ ਸੰਬੰਧਕੀ ਹੋਣ ਕਰਕੇ ਆਈ ਕਿ ਹੁਕਮ ਦੇ ਵਿੱਚ ਹੀ ਜੀਵ ਨੂੰ ਵਡਿਆਈ ਮਿਲਦੀ ਹੈ, ਸਤਿਕਾਰ ਮਿਲਦਾ ਹੈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁੱਖ ਪਾਈਐ, ਇੱਥੇ ਹੁਕਮ ਦੇ ਮੰਮੇ ਨੂੰ ਫਿਰ ਸਿਹਾਰੀ, ਭਾਵ ਉਹਦੇ ਹੁਕਮ ਦੇ ਵਿੱਚ, ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਜੀਵ ਦੇ ਕੀਤੇ ਹੋਏ ਕਰਮਾਂ ਦੇ ਅਨੁਸਾਰ ਉਸ ਨੂੰ ਦੁੱਖ ਤੇ ਸੁੱਖ ਭੋਗਣੇ ਪੈਂਦੇ ਨੇ, ਪ੍ਰਾਪਤ ਹੁੰਦੇ ਨੇ। ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਭਵਾਈਐ, ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਹੁਣ ਇੱਥੇ ਹੁਕਮ ਦਾ ਮੰਮਾ ਮੁਕਤਾ ਹੈ, ਬਾਹਰ ਹੁਕਮ ਨਾ ਕੋਏ। ਇੱਥੇ ਹੁਕਮ ਦਾ ਮੰਮਾ ਮੁਕਤਾ ਤਾਂ ਹੈ ਕਿਉਂਕਿ ਬਾਹਰ, ਇੱਥੇ ਬਾਹਰ ਦੇ ਰਾਰੇ ਨੂੰ ਸਿਹਾਰੀ ਆ ਰਹੀ ਸੰਬੰਧਕੀ ਤੌਰ ਤੇ। ਬਾਹਰ ਹੁਕਮ, ਹੁਕਮ ਤੋਂ ਬਾਹਰ, ਹੁਕਮ ਤੋਂ ਬਾਹਰ ਨਾ ਕੋਈ, ਨਹੀਂ ਹੈ ਕੋਈ। ਇਸ ਕਰਕੇ ਇੱਥੇ ਹੁਕਮ ਦੇ ਸੰਬੰਧਕੀ, ਬਾਹਰ ਦੇ ਰਾਰੇ ਨੂੰ ਸਿਹਾਰੀ ਜਿਹੜੀ ਸੰਬੰਧਕੀ ਆਉਣ ਕਰਕੇ ਇਹਦੇ ਹੁਕਮ ਦੇ ਮੰਮੇ ਦੀ ਔਂਕੜ ਜਿਹੜੀ ਹੈ ਉਹ ਉੱਡ ਗਈ, ਲੱਥ ਗਈ। ਇਸ ਪ੍ਰਕਾਰ ਵਿਆਕਰਣ ਦੇ ਅਨੁਸਾਰ ਇੱਥੇ ਹੁਕਮ ਦਾ ਮੰਮਾ ਮੁਕਤਾ ਆਇਆ ਹੈ, ਕਿਤੇ ਸੰਬੰਧਕੀ ਆਇਆ ਹੈ ਔਰ ਕਿਤੇ ਇੱਕ ਵਚਨ ਪੁਲਿੰਗ ਨਾਉਨ ਹੋਣ ਦੇ ਕਰਕੇ ਆਇਆ ਹੈ। ਇਸ ਪੌੜੀ ਦੇ ਵਿੱਚ ਗੁਰੂ ਸਾਹਿਬ ਜੀ ਸਾਨੂੰ ਕੇਵਲ ਇਹ ਗੱਲ ਸਮਝਾਉਣ ਦਾ ਯਤਨ ਕਰ ਰਹੇ ਨੇ ਕਿ ਉਸ ਪਰਮਾਤਮਾ ਦੇ ਹੁਕਮ ਦੇ ਵਿੱਚ ਚੱਲੀਏ। ਜਿਸ ਦਿਨ ਅਸੀਂ ਉਹਦੇ ਹੁਕਮ ਦੇ ਵਿੱਚ ਚੱਲਾਂਗੇ ਉਸ ਦਿਨ ਜੀਵਨ ਵਿੱਚ ਆਨੰਦ ਬਣੇਗਾ, ਖੇੜਾ ਬਣੇਗਾ। ਕਿਉਂਕਿ ਜਿਹੜਾ ਉਹਦੇ ਹੁਕਮ ਨੂੰ ਨਹੀਂ ਮੰਨਦਾ ਦੁਖੀ ਵੀ ਉਹ ਹੈ, ਜਿਹੜਾ ਉਹਦੇ ਹੁਕਮ ਤੋਂ ਬਾਹਰ ਹੈ ਉਹੀ ਚਿੰਤਾ ਦੇ ਵਿੱਚ ਹੈ। ਜਿਹੜਾ ਉਹਦੇ ਹੁਕਮ ਦੇ ਵਿੱਚ ਹੈ ਉਹਦੇ ਜੀਵਨ ਦੇ ਵਿੱਚ ਆਨੰਦ ਹੈ, ਉਹਦੇ ਜੀਵਨ ਦੇ ਵਿੱਚ ਟਿਕਾਊ ਹੈ, ਉਹਦੇ ਜੀਵਨ ਦੇ ਵਿੱਚ ਸ਼ਾਂਤੀ ਹੈ, ਉਹਦੇ ਜੀਵਨ ਦੇ ਵਿੱਚ ਸੁੱਖ ਨੇ। ਇਸ ਕਰਕੇ ਗੱਲ ਹੁਕਮ ਦੇ ਵਿੱਚ ਆਉਣ ਦੀ ਹੈ। ਪਹਿਲਾਂ ਵੀ ਮੈਂ ਇਹ ਪੰਕਤੀ ਆਪ ਜੀ ਦੇ ਨਾਲ ਸਾਂਝੀ ਕੀਤੀ ਸੀ ਕਿ ਹੁਕਮ ਮੰਨਿਆ ਹੋਵੇ ਪ੍ਰਵਾਨ ਤਾਂ ਖਸਮੈ ਕਾ ਮਹਿਲ ਪਾਏ ਸੀ। ਜੇ ਅਸੀਂ ਉਹਦੇ ਹੁਕਮ ਨੂੰ ਮੰਨ ਲਵਾਂਗੇ ਤਾਂ ਮਾਲਕ ਪਰਮਾਤਮਾ ਦਾ ਮਹਿਲ ਟਿਕਾਣਾ ਪ੍ਰਾਪਤ ਹੋ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।